ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਜੀ? ਸਭ ਤੋਂ ਪਹਿਲਾਂ ਤੁਹਾਨੂੰ 2 ਵਧਾਈਆਂ ਦੇਣੀਆਂ ਜੀ। ਭਾਵੇਂ ਤੁਸੀਂ ਲੇਟ ਹੋ ਪਰ ਅਸੀਂ ਪਹਿਲਾਂ ਇਹ ਜਸ਼ਨ ਮਨਾ ਚੁੱਕੇ ਹਾਂ। ਵਧਾਈਆਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨਾਲ ਸਾਂਝੀਆਂ ਕਰ ਚੁੱਕੇ ਹਾਂ ਜੀ। ਇੱਕ ਤਾਂ ਰੰਗਲਾ ਪੰਜਾਬ ਰੇਡੀਓ ਤੇ ਟੀਵੀ ਦੀ 25 ਸਾਲਾਂ ਬਾਅਦ ਸਾਲਗਿਰਹ ਦੀ ਜੀ, ਤੇ ਦੂਸਰੀ ਤੁਹਾਡੇ ਜਨਮ ਦਿਨ ਦੀ ਵਧਾਈ ਸੇਮ ਡੇ ਅਸੀਂ ਕਰ ਚੁੱਕੇ ਹਾਂ। ਔਰ ਤੁਹਾਨੂੰ ਅਸੀਂ ਦੇਰ ਨਾ ਦਿੱਤੀ ਆ, ਚਲੋ ਕੋਈ ਗੱਲ ਨਹੀਂ, ਵਧਾਈ ਜਿਹੜਾ ਸਾਡਾ ਫਰਜ਼ ਬਣਦਾ ਔਰ ਅਸੀਂ ਤੁਹਾਡੀ ਖੁਸ਼ੀ ਚ ਸ਼ਰੀਕ ਬਣਾ ਚਾਹੁੰਦੇ ਸੀ। ਉਦਾਂ ਨਹੀਂ ਤੇ ਇੱਦਾਂ ਹੀ ਸਹੀ ਜੀ। ਮਿਹਰਬਾਨੀ ਜਨਾਬ, ਸੋ ਨਾਈਸ, ਥੈਂਕ ਯੂ ਵੈਰੀ ਮਚ। ਔਰ ਇਹ ਏਅਰ ਇੰਡੀਆ ਦੀ ਮਿਹਰਬਾਨੀ ਹੋਈ ਕਿ ਅਸੀਂ 29 ਅਪ੍ਰੈਲ ਨੂੰ ਇੱਥੇ ਨਹੀਂ ਪਹੁੰਚ ਸਕੇ। ਖੈਰ ਮੌਕੇ 'ਤੇ ਉੱਥੇ ਸਟਾਫ ਜਿਹੜਾ ਸੀ ਉਹਨੇ ਕਿਹਾ ਜੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਨਾ ਜੀ, ਜਿਵੇਂ ਇਹਨਾਂ ਦੇ ਬੋਲਣ ਦਾ ਲਹਿਜਾ ਸੀ, ਫਿਰ ਕਾਫੀ ਉੱਥੇ ਗਰਮਾ ਗਰਮੀ ਵੀ ਹੋਈ। ਤੁਸੀਂ ਕਹਿੰਦੇ ਨੇ ਗਰਮ ਨਾ ਹੋਇਆ ਕਰੋ, ਗਰਮ ਹੋਣਾ ਪੈਂਦਾ ਉੱਥੇ, ਗਰਮ ਹੋਇਆ ਬਗੈਰ ਗੱਲ ਨਹੀਂ ਬਣਦੀ ਹੈ ਜੀ, ਤੂੰ ਤੜਾਕ ਵਾਲੇ ਮਾਮਲਾ ਉੱਥੇ। ਖੈਰ ਐਨੀਵੇ ਜੀ, ਕਾਫੀ ਗੱਲਬਾਤ ਹੋ ਚੁੱਕੀ ਆ, ਉਸਨੂੰ ਆਪਾਂ ਛੱਡਦੇ ਹੋਏ ਪਹੁੰਚੇ ਹਾਂ ਜੀ ਇੱਥੇ, ਅਤੇ ਅੱਜ ਪਹਿਲੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆ। ਅੱਛਾ, ਗੱਲ ਕਰਾਂਗੇ ਉੱਥੋਂ ਹੀ, ਤੁਹਾਡਾ ਵੀ ਨਜ਼ਰ ਲੈਣਾ ਚਾਹੁੰਦੇ ਹਾਂ ਕਿ ਪਟਵਾਰ ਮਹਿਕਮਾ ਹੁਣ ਚਰਚਾ ਦੇ ਵਿੱਚ ਹੈ। ਛੱਜ ਤਾਂ ਬੋਲੇ, ਸ਼ਰ ਨਹੀਂ ਕਿਉਂ ਬੋਲੇ। ਕਹਿੰਦੇ ਜੀ ਅਸੀਂ ਹੜਤਾਲ ਕਰਾਂਗੇ, ਅਸੀਂ ਮਾਰਾਂਗੇ ਧਰਨੇ। ਸਾਡਾ ਪਟਵਾਰੀ ਦਿਦਾਰ ਸਿੰਘ, ਤੁਸੀਂ ਉਹਦੇ ਸਾਨੂੰ ਦਿਦਾਰ ਨਹੀਂ ਹੋਣ ਦੇ ਰਹੇ। ਦਿਦਾਰ ਸਿੰਘ ਦੇ ਘਰੋਂ ਵਿਜੀਲੈਂਸ ਨੇ ਛਾਪਾ ਮਾਰ ਕੇ ਲੱਖਾਂ ਦੀ ਨਗਦੀ 33 ਰਜਿਸਟਰੀਆਂ ਬਰਾਮਦ ਕੀਤੀਆਂ ਨੇ। ਬੈਂਕ ਲਾਕਰ ਉਹਨੇ ਖੋਲ੍ਹਣ ਨਹੀਂ ਦਿੱਤਾ, ਸੀਲ ਕਰ ਦਿੱਤਾ ਗਿਆ। ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਮੇਰਾ ਨਜ਼ਰੀਆ ਇਹ ਹੈ ਜੀ, ਵੇਖੋ ਪਟਵਾਰ ਕਿਸੇ ਮਾਈ ਨੇ ਕੰਮ ਕਰਾਉਣ ਗਈ ਨਾ, ਤਹਿਸੀਲਦਾਰ ਕਹਿੰਦਾ ਮਾਤਾ ਲੈ ਫੜ ਤੇਰਾ ਮੈਂ ਕੰਮ ਕਰਦਾ ਹੀ। ਉਹ ਕਹਿੰਦੀ ਵਾਹ ਵੇ ਪੁੱਤ ਤੇਰੀ ਬੜੀ ਮਿਹਰਬਾਨੀ, ਰੱਬ ਤੈਨੂੰ ਪਟਵਾਰੀ ਬਣਾਵੇ। ਪਟਵਾਰੀਆਂ ਦੀ ਇੰਨੀ ਵਕਤ ਗਿਣੀ ਗਈ ਹੈ। ਤੁਹਾਨੂੰ ਪਤਾ ਹੋਏਗਾ ਪੁਰਾਣੇ ਜ਼ਮਾਨੇ ਦੇ ਵਿੱਚ ਕਾਮੇਡੀ ਪਿੰਡਾਂ 'ਚ ਡਰਾਮੇ ਜਾ ਕੇ ਕਰਦੇ ਹੁੰਦੇ ਸੀ। ਉਹ ਇੱਕ ਗੀਤ ਲਾਉਂਦੇ ਹੁੰਦੇ ਸੀ, ਪਟਵਾਰੀ ਮੰਗਦਾ ਗੰਨੇ ਚਲੀਆਂ, ਪੁਲਿਸ ਮੰਗਦੀ ਕੁੱਕੜ ਵੇਖੋ, ਮੈਂ ਪੁਲਿਸ ਮਹਿਕਮਾ ਭੁੱਖੜ 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 ਭੁੱਖੜ, ਦੋਵਾਂ ਨੂੰ ਰਵਾ ਦਿੰਦੇ ਸੀ। ਇਸ ਕਰਕੇ ਪਟਵਾਰੀਆਂ ਦਾ ਜਿਹੜਾ ਵਾ ਕਿਰਦਾਰ ਇੰਨਾ ਵੱਡਾ ਵਾ ਵੀ ਇਹ ਤੁਹਾਡੀ ਜ਼ਮੀਨ ਭਾਵੇਂ ਵਧੀਆ ਥਾਂ ਤੇ ਹੋਵੇ ਤੇ ਇਹ ਤੁਹਾਨੂੰ ਛੱਪੜ 'ਚ ਵੀ ਭੇਜ ਸਕਦੇ ਵੀ ਨਹੀਂ ਤੁਹਾਡੀ ਜ਼ਮੀਨ ਇੱਥੇ, ਤੁਹਾਡਾ ਖਾਤਾ ਹੀ ਗਾਇਬ ਕਰ ਸਕਦੇ। ਅੱਜ ਦੀ ਡੇਟ ਦੇ ਵਿੱਚ ਜੇ ਦਿਦਾਰ ਸਿੰਘ ਸ਼ੋਕਰਾ ਪਟਵਾਰੀ ਨੇ ਜਿਹੜੇ ਭਾਵੇਂ ਅਸਿੱਧੇ ਰੂਪ ਚ ਭਾਵੇਂ ਸਿੱਧੇ ਰੂਪ ਚ ਪੈਸੇ ਲੈਣ ਦੀ ਗੱਲ ਕੀਤੀ ਹੈ, ਤੇ ਮੇਰਾ ਖਿਆਲ ਹੈ ਵੀ ਉਹਦੇ ਵਿੱਚ ਇਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਚਾਹੀਦਾ। ਕਾਨੂੰਨ ਜੋ ਕਹਿੰਦਾ ਠੀਕ ਹੈ, ਨਿਰਦੋਸ਼ ਸਾਬਤ ਹੋ, ਤੁਸੀਂ ਅਦਾਲਤ ਚ ਮੁੜ ਕੇ ਠੋਕੋ ਪੁਲਿਸ ਨੂੰ ਕਿ ਸਾਡੇ ਨਾਲ ਨਜਾਇਜ਼ ਕੀਤੀ ਗਈ। 98% ਕੇਸ ਬਰੀ ਹੁੰਦੇ ਜੀ ਇਹਨਾਂ ਦੇ ਵਿੱਚ ਵਿਜੀਲੈਂਸ। ਉਹਦਾ ਕਾਰਨ ਇਹੀ ਆ, ਬੰਦਾ ਫੜਿਆ ਜਾਂਦਾ, ਅੰਦਰ ਚਲੇ ਜਾਂਦਾ, ਪੁਲਿਸ ਵੀ ਅਪਰੋਚ ਹੋ ਜਾਂਦੀ ਆ, ਈਵਨ ਜਿਹੜੇ ਗਵਾਹ ਉਹ ਵੀ ਬੈਠ ਜਾਂਦੇ ਆ, ਉਹ ਵੀ ਬਿਠਾ ਦਿੱਤੇ ਜਾਂਦੇ। ਹੁਣ ਇਹ ਜੇ ਫੜੇ ਗਏ ਨੇ, ਦਿਦਾਰ ਸਿੰਘ ਸ਼ੋਕਰਾ ਨੂੰ ਏਦਾਂ ਸਿੱਧਾ ਨਹੀਂ ਫੜਿਆ ਗਿਆ। ਇਹਨਾਂ ਦਾ ਇੱਕ ਹਰਵਿੰਦਰ ਸਿੰਘ ਹੈਗਾ ਵਾ ਸਹਾਇਕ, ਪ੍ਰਾਈਵੇਟ ਸਹਾਇਕ, ਉਹਨੇ ਤੇ ਇੱਕ ਨੰਬਰ ਦਾ ਤਲਵਿੰਦਰ ਸਿੰਘ। ਇਹਨਾਂ ਦੋਵਾਂ ਨੇ ਗਿਣੀ ਮਿੱਥੀ ਗੱਲ ਕਰਕੇ ਪਟਵਾਰੀ ਨਾਲ ਗੱਲ ਕਰਕੇ ਤੇ ਇੱਕ ਮਿਊਟੇਸ਼ਨ ਕਰਨ ਦਾ ਕਿਸੇ ਦੀ 15,000 ਮੰਗਿਆ ਤੇ 10,000 ਤੇ ਸੌਦਾ ਹੋ। ਇਹਨਾਂ ਪੈਸੇ ਲਏ ਤੇ ਉਹਨਾਂ ਮੰਨਿਆ ਵੀ ਪਟਵਾਰੀ ਨੇ ਪੈਸੇ ਲਏ ਸਾਡੇ ਕੋਲ। ਜੇ ਪਟਵਾਰੀ ਨੇ ਤੇ ਫਿਰ ਰਿਸ਼ਵਤ ਲਈ ਹੈ, ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਹੁਣ ਪਟਵਾਰੀ ਨੇ ਸਿਰਫ ਇਹੀ ਕੰਮ ਨਹੀਂ ਕੀਤਾ। ਇੱਕ ਹੇਰਾਫੇਰੀ ਤੇ ਗੱਲ ਕਰੀਏ ਆਪਾਂ, ਇੱਕ ਹੇਰਾਫੇਰੀ ਤੇ ਇਹ ਹੋ ਗਈ, ਦੂਜੀ ਰਜਿਸਟਰੀਆਂ ਦੀ ਹੋ ਗਈ, ਤੀਜਾ ਉਹਦੇ ਕੋਲ 25 ਲੱਖ ਬਰਾਮਦ ਹੋ ਗਿਆ, ਚੌਥਾ ਉਹਦੇ ਲੋਕਰ ਖੋਲ੍ਹਣੇ ਦਿੱਤਾ, ਤੇ ਪੰਜਵਾਂ ਪਟਵਾਰੀ ਸਾਹਿਬ 2 ਲੱਖ ਤੋਂ ਉੱਪਰ ਆਪਣੇ ਨਾਂ ਤੇ ਨੰਬਰਦਾਰ ਦੀ ਤਨਖਾਹ ਮਿਲਦੀ ਵੀ ਖਰਚ। ਸਰਕਾਰੀ ਮੁਲਾਜ਼ਮ ਜਿਹੜਾ ਵਾ ਉਹ ਨੰਬਰਦਾਰ ਕਿਵੇਂ ਬਣ ਗਿਆ? ਬਿਲਕੁਲ, ਨੰਬਰਦਾਰ ਵੀ ਪਬਲਿਕ ਸਰਵੈਂਟ ਆ। ਹੁਣ ਇੱਥੇ ਪਟਵਾਰ ਯੂਨੀਅਨ ਜਵਾਬ ਦੇਵੇ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ, ਕਿਉਂ ਨਾ ਸਫਾਈ ਕੀਤੀ? ਪੰਜਾਬੀ ਚ ਕਈ ਨੇ ਮੂੰਹ ਕਿਸੇ ਦੇ ਮੂੰਹ ਨੂੰ ਖੂਨ ਲੱਗਦਾ ਨਾ, ਫਿਰ ਉਹ ਆਦੀ ਹੋ ਜਾਂਦਾ। ਇੱਕ ਤਹਿਸੀਲਦਾਰ ਜਿਹੜੇ DC ਨੇ ਸਾਡੇ ਗੁਰਦਾਸਪੁਰ ਦੇ, ਉਹਨਾਂ ਇੱਕ ਸਰਕੂਲਰ ਜਾਰੀ ਕੀਤਾ, ਉਹਨਾਂ ਇੱਕ ਚਿੱਠੀ ਜਾਰੀ ਕੀਤੀ
ਕਿ ਤਹਿਸੀਲਾਂ ਬਿਲਕੁਲ ਧਿਆਨ ਦੇਣ, ਕਿਸੇ ਬੰਦੇ ਨੂੰ ਪ੍ਰਾਈਵੇਟ ਤੌਰ ਤੇ ਨਾ ਮਿਲਣ। ਜਿਹੜਾ ਬੰਦਾ ਰਜਿਸਟਰੀ ਕਰਦਾ ਉਹਦਾ ਫੋਨ ਨੰਬਰ ਲਓ, ਸਾਡਾ ਨੋਡਲ ਅਫਸਰ ਬਕਾਇਦਾ ਤੌਰ ਤੇ ਤੱਕ ਪਹੁੰਚ ਕਰੂਗਾ, ਪਹੁੰਚ ਕਰਕੇ ਪੁੱਛੂਗਾ ਵੀ ਕਿੰਨੇ ਪੈਸੇ ਲੈ ਤੇਰੇ ਕੋਲ, ਕਿੰਨੀ ਤੇਰੀ ਰਜਿਸਟਰੀ ਹੋਈ। ਜੇ ਕਿਤੇ ਕਰਪਸ਼ਨ ਦਾ ਕੀ ਮਾੜਾ ਮੋਟਾ ਵੀ ਸਾਨੂੰ ਨਜ਼ਰ ਆ ਗਿਆ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ। ਤੇ ਪਟਵਾਰੀ ਹੋ ਗਏ ਡੀਸੀ ਦੇ ਦੁਆਰੇ, ਉਹਨੂੰ ਜਾ ਕੇ ਇੰਨੀ ਗੱਲ ਕਹਿੰਦੇ, ਡੀਸੀ ਸਾਹਿਬ ਸਾਨੂੰ ਇਹ ਦੱਸ ਦਿਓ, ਤੁਸੀਂ ਬੜੇ ਸੀਨੀਅਰ ਬੰਦੇ ਹੋ, ਅੱਜ ਤੱਕ ਤੁਸੀਂ ਆਪਣੀ ਕਾਰ 'ਚ ਪੈਟਰੋਲ ਆਪਣੀ ਜੇਬ 'ਚ ਪਾਇਆ ਕਦੀ? ਤੁਹਾਡੀ ਪ੍ਰਾਈਵੇਟ ਕਾਰ ਆਵੇ ਤੇ ਤੁਹਾਡਾ ਡਰਾਈਵਰ ਕਹੇ ਵੀ ਡੀਸੀ ਸਾਹਿਬ ਦੀ ਕਾਰ ਜੀ ਟੈਂਕੀ ਫੁੱਲ ਕਰਾ ਦਿਓ, ਫਲਾਣੀ ਜਗ੍ਹਾ ਬੀਬੀ ਜੀ ਨੇ ਜਾਣਾ ਵਾ, ਉਹ ਤੁਹਾਨੂੰ ਪਟਵਾਰੀ ਫੁੱਲ ਕਰਾ ਕੇ ਦੇਵੇ, ਉਹ ਤੁਹਾਨੂੰ ਤਹਿਸੀਲਦਾਰ ਫੁੱਲ ਕਰਾ ਕੇ ਦੇਵੇ, ਤੁਸੀਂ ਇਹ ਚਿੱਠੀ ਕਿਵੇਂ ਕੱਢਦੇ ਆ? ਉਹਦੇ ਤੇ ਇੰਨਾ ਕੁ ਪ੍ਰੈਸ਼ਰ ਪਾਇਆ ਕਿ ਉਹਨੂੰ ਚਿੱਠੀ ਵਾਪਸ ਲੈਣੀ ਪਈ। ਇੰਨਾ ਕੁ ਦਬਾਅ ਇਹਨਾਂ ਦਾ ਹੈਗਾ। ਹੁਣ ਇਹਨਾਂ ਦੀ ਜਿਹੜੀ ਸਟ੍ਰਾਈਕ ਕੀਤੀ ਆ, ਜਿਹੜੀਆਂ ਅੱਜ ਖਬਰਾਂ ਛਪੀਆਂ, ਉਹਦੇ ਤੇ ਹੁਣ ਇਹ ਜਵਾਬ ਤੇ ਘੱਟੋ ਘੱਟ ਦੇਣ ਨਾ ਭਾਈ, ਇਹ ਗੱਲ ਸੱਚੀ ਆ ਕਿ ਝੂਠੀ ਆ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਇੱਥੇ, ਜਿਹੜੀਆਂ ਅਖਬਾਰਾਂ ਛਪੀਆਂ ਨੇ। ਬਾਕੀ ਛੱਡ ਦਿਓ ਤੁਸੀਂ, ਜਿਹੜਾ ਇੱਕ ਪਟਵਾਰੀ ਨੌਕਰੀ ਕਰਦਾ ਤੇ ਨੰਬਰਦਾਰੀ ਵੀ ਆਪ ਲਈ ਪਿੰਡ ਦੀ, ਉਹਦੇ ਬਾਰੇ ਜੋ ਕੰਮ ਕਰ ਸਕਦਾ, ਉਹ 420 ਨਹੀਂ ਬਣਦੀ। ਇਸ ਕਰਕੇ ਪਟਵਾਰੀਆਂ ਨੂੰ ਫੇਸ ਕਰਨਾ ਚਾਹੀਦਾ। ਜੇ ਸਰਕਾਰ ਨੇ ਕੋਈ ਇਹੋ ਜਿਹੀ ਮੁਹਿੰਮ ਸ਼ੁਰੂ ਕੀਤੀ ਆ ਵੀ ਭਾਈ ਅਸੀਂ ਆਪਣਾ ਨੀਟ ਐਂਡ ਕਲੀਨ ਪ੍ਰਸ਼ਾਸਨ ਦੇਣਾ, ਤੇ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ। ਲੇਕਿਨ ਗੱਲ ਫਿਰ ਉੱਥੇ ਮੁੱਕਦੀ ਆ ਕੇ, ਅੱਜ ਦੀ ਡੇਟ ਦੇ ਵਿੱਚ ਵੀ ਚਾਵਲਾ ਸਾਹਿਬ, ਪੰਜਾਬ ਸਰਕਾਰ ਕੋਲੇ ਹੌਸਪਿਟੈਲਿਟੀ, ਇਹਨਾਂ ਕੋਲ ਮਿਨਿਸਟਰੀ ਤੇ ਹੈਗੀ ਆ, ਲੇਕਿਨ ਹੌਸਪਿਟੈਲਿਟੀ ਕੋਈ ਫੰਡ ਨਹੀਂ ਜੇਗਾ। ਤੇ ਜਦੋਂ ਮੰਤਰੀ ਸਾਹਿਬ ਆਉਂਦੇ ਨੇ, ਕਿਸੇ ਸ਼ਹਿਰ ਜਾਂਦੇ ਨੇ, ਉਹਨਾਂ ਦੇ ਗਲ 'ਚ ਹਾਰ ਪਾਉਣ ਤੱਕ ਜਿਹੜੇ ਨਾ, ਉਹ ਤਹਿਸੀਲਦਾਰ ਦੀ ਡਿਊਟੀ ਹੁੰਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਜਦੋਂ ਉਹ ਤਹਿਸੀਲਦਾਰ ਗਲ 'ਚ ਹਾਰ ਪਾਉਂਦਾ, ਰੋਟੀ ਦਾ ਪ੍ਰਬੰਧ ਕਰਦਾ ਉਹਨਾਂ ਦੀ, ਉਦੋਂ ਫਿਰ ਦੱਸਣ ਵੀ ਪੈਸੇ ਕਿੱਥੋਂ ਆਉਂਦੇ। ਬਿਲਕੁਲ, ਸਰਕਾਰ ਦੇ ਡੀਸੀ ਪ੍ਰਸ਼ਾਸਨ ਵੀ ਆਪਣੀ ਜ਼ਿੰਮੇਵਾਰੀ ਸਮਝੇ। ਤੁਸੀਂ ਇਹ ਚੀਜ਼ ਕਰੋ, ਹੌਸਪਿਟੈਲਿਟੀ ਮਹਿਕਮਾ ਖੋਲ ਦਿਓ, ਹਰ ਡਿਸਟ੍ਰਿਕਟ 'ਚ ਇੱਕ ਆਪਣਾ ਅਫਸਰ ਪੁਆਇੰਟ ਕਰ, ਦਫ਼ਤਰ ਪੁਆਇੰਟ ਕਰ ਦਿਓ, ਜਿਹੜਾ ਵੀ ਕਿ ਅਫਸਰ ਉਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰੇ। ਬਿਲਕੁਲ, ਕਿੰਨਾ ਕੁ ਖਰਚਾ ਆ ਜੂ ਕਿਤੇ। ਲੇਕਿਨ ਇਸ ਕਰਕੇ ਉਹ ਆਪਣੀ ਜਗ੍ਹਾ ਸੱਚੇ ਆ, ਅਸੀਂ ਆਪਣੀ ਜਗ੍ਹਾ ਰੋਂਦੇ ਆ। ਸਰਕਾਰ ਆਪਣੇ ਵਾਅਦੇ ਕੀਤੇ ਪੂਰੇ ਕਰਨ ਤੁਰੀ ਪਈ ਹੈ, ਲੇਕਿਨ ਉਹ ਦੋਸ਼ ਨੂੰ ਕਿਹਨੂੰ ਉਠਾਈਏ ਅਸੀਂ? ਲੇਕਿਨ ਫਿਰ ਵੀ ਅਸੀਂ ਕਹਾਂਗੇ ਪਟਵਾਰੀਆਂ ਨੂੰ, ਭਾਈ ਸਟ੍ਰਾਈਕ ਤੁਹਾਡੇ ਕਰਨ ਨਾਲ ਸਾਰਾ ਸਿਸਟਮ ਖਰਾਬ ਹੋ ਜਾਂਦਾ। ਫਿਰ ਪਟਵਾਰੀ ਤੋਂ ਕਚਹਿਰੀ ਚੱਲਣੀ ਹੈ, ਪਟਵਾਰੀ ਤੋਂ ਹੀ ਤਹਿਸੀਲ ਚੱਲਣੀ ਆ, ਪਟਵਾਰੀ ਤੋਂ ਹੀ ਅਦਾਲਤ ਚੱਲਣੀ ਆ, ਪਟਵਾਰੀ ਤੋਂ ਸਾਰੇ ਕੰਮ ਚੱਲਣੇ ਆ। ਜੇ ਪਟਵਾਰੀ ਰਿਪੋਰਟ ਨਹੀਂ ਕਰਦਾ, ਉਹ ਕਹਿੰਦਾ ਮੈਂ ਸਟ੍ਰਾਈਕ ਤੇ ਆ, ਸਾਰੇ ਕੰਮ ਰੁਕ ਗਏ, ਰਜਿਸਟਰੀਆਂ ਰੁਕ ਗਈਆਂ, ਸਰਕਾਰ ਦਾ ਨੁਕਸਾਨ ਹੋ ਗਿਆ। ਇਸ ਕਰਕੇ ਪਟਵਾਰੀਆਂ ਨੂੰ ਸਟ੍ਰਾਈਕ ਛੱਡ ਕੇ ਕਾਨੂੰਨ ਦੇ ਨਾਲ ਫੇਸ ਕਰਨਾ ਚਾਹੀਦਾ। ਜੇ ਕੱਲ੍ਹ ਨੂੰ ਦਿਦਾਰ ਸਿੰਘ ਹੋਈ ਬਰੀ ਹੁੰਦੇ ਤੇ ਫਿਰ ਵਿਜੀਲੈਂਸ ਦੇ ਖਿਲਾਫ ਜਿਹੜੇ ਇਸਤਗਾਸਾ ਪਾ ਕੇ ਕੇਸ ਠੁਕਣਾ ਚਾਹੀਦਾ। ਬਿਲਕੁਲ ਜੀ। 9058131320 905 813 1320 ਤੇ ਤੁਸੀਂ ਕਾਲ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਕੁਐਸਚਨ ਹੈ ਤਾਂ। ਕਿਸਾਨਾਂ ਨੇ ਇੱਕ ਵਾਰੀ ਫਿਰ ਤੋਂ ਲਖੀਮਪੁਰ ਖੇੜੀ ਵੱਲ ਚਾਲੇ ਪਾ ਦਿੱਤੇ ਨੇ। ਪਤਾ ਲੱਗਾ ਕਿ ਪੱਕੇ ਮੋਰਚੇ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰੰਤੂ ਉਸ ਤੋਂ ਪਹਿਲਾਂ ਕਰੋਨਾ ਵਾਰੀਅਰ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਨੂੰ ਬਹਾਲੀ ਲਈ ਕਰਨੀ ਪੈ ਰਹੀ ਹੈ ਕਾਫੀ ਡਾਢੀ ਮੁਸ਼ੱਕਤ। ਪੁਲਿਸ ਨੇ ਆਮ ਲੋਕਾਂ ਦੀ ਮਦਦ ਨਾਲ ਹਾਈਵੇ ਖਾਲੀ ਕਰਵਾਇਆ। ਕੀ ਕਹਿਣਾ ਚਾਹੋਗੇ? 2020-21 ਦੇ ਵਿੱਚ ਕਰੋਨਾ ਪੀਕ ਤੇ ਸੀ ਤੇ ਇਹਨਾਂ ਨੇ ਉਦੋਂ ਕੋਈ ਸਟਾਫ ਭਰਤੀ ਕੀਤਾ ਸੀ 8000 ਠੇਕੇ ਦੇ। ਅੱਛਾ ਜੀ। ਕੰਟਰੈਕਟ ਦੇ ਉੱਤੇ। ਔਰ ਉਸ ਸਟਾਫ ਨੂੰ ਇਹ ਬੜੀ ਆਸ ਸੀਗੀ ਕਿ ਸਾਨੂੰ ਇਹ ਪੱਕਿਆ ਕਰ ਦੇਣਗੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਕਰੋਨਾ ਵਾਰੀਅਰ ਦਾ ਖਿਤਾਬ ਦਿੱਤਾ ਸੀ। ਇਹ ਸਾਡੇ ਕਰੋਨਾ ਵਾਰੀਅਰ ਨੇ ਜੀ। ਬਿਲਕੁਲ ਯੋਧੇ। ਕਈ ਬੀਬੀਆਂ ਮੈਂ ਵੇਖਿਆ ਜੀ, ਸਾਡੇ ਨਿੱਕੇ ਨਿੱਕੇ ਬੱਚੇ ਨੇ, ਅਸੀਂ ਘਰ ਵੀ ਨਹੀਂ ਜਾਂਦੀਆਂ, ਬੱਚਿਆਂ ਤੋਂ ਦੂਰ ਰਹਿੰਦੀਆਂ, ਕਿੱਟ ਪਾ ਕੇ ਅਸੀਂ ਇਲਾਜ ਕਰਦੀਆਂ, ਆਪਣੀ ਜ਼ਿੰਦਗੀ ਜੋਖਮ 'ਚ ਪਾ ਕੇ ਕੰਮ ਕਰਦੀਆਂ। ਤੇ ਤਦ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵਾਰੀਅਰ ਕਿਹਾ ਸੀ ਤੁਹਾਡੇ ਪੱਕੇ ਕਰਨ ਬਾਰੇ ਸੋਚਦੇ ਤੇ ਉਹਨਾਂ ਦੀ ਕਰਤੀ ਛੁੱਟੀ। ਉਹਨਾਂ ਦੀ ਛੁੱਟੀ ਕਰਨ ਤੋਂ ਫਿਰ ਉਹਨਾਂ ਤੇ ਰੌਲਾ ਪਾਉਣਾ ਸੀ, ਭਾਈ ਜਦੋਂ ਲੋੜ ਜਿਸ ਨੂੰ ਵਰਤ ਲਿਆ ਤੇ ਹੁਣ ਸਾਡਾ ਕੀ ਕਰਦੇ ਤੁਸੀਂ? ਭਗਵੰਤ ਮਾਨ ਉਹਨਾਂ ਦੇ ਕੋਲੇ ਗਏ, ਉਹਨਾਂ ਦੇ ਪ੍ਰੋਟੈਸਟ ਦੇ ਵਿੱਚ ਗਏ ਵੀ ਵੇਖੋ ਸਾਡੀ ਸਰਕਾਰ ਆਈ ਤੇ ਪਹਿਲਾਂ ਤੁਹਾਨੂੰ ਕਰੋਨਾ ਵਾਰੀਅਰ ਤੁਸੀਂ ਹੋਗੇ, ਤੁਹਾਡੇ ਵਾਰੀਅਰ ਦਾ ਧਿਆਨ ਕੀਤਾ ਜਾਊਗਾ, ਤੁਹਾਨੂੰ ਪੱਕਿਆ ਕੀਤਾ ਜਾਊਗਾ। ਕੱਲ ਉਹ ਕਰੋਨਾ ਵਾਰੀਅਰ ਸੜਕਾਂ ਤੇ ਆ ਗਏ। ਭਗਵੰਤ ਮਾਨ ਦੀ ਕੋਠੀ ਦੇ ਬਾਹਰ ਨਜ਼ਾਰਾ ਕੀਤਾ, ਮੁੜ ਕੇ ਉਹਨਾਂ
ਰੋਡ ਰੋਕਤੀ, ਹਾਈਵੇ ਰੋਕਤਾ। ਹਾਈਵੇ ਜਦੋਂ ਦੋਹਾਂ ਪਾਸਿਆਂ ਤੋਂ ਰੋਕਤਾ ਤੇ ਬਕਾਇਦਾ ਤੌਰ ਤੇ ਲੋਕਾਂ ਨੇ ਪ੍ਰੋਟੈਸਟ ਕੀਤਾ, ਭਾਈ ਤੁਹਾਨੂੰ ਕੋਈ ਅਧਿਕਾਰ ਨਹੀਂ ਗਾ ਇਹ ਲੋਕ ਰੋਕਣ ਦਾ, ਰੋਡ ਰੋਕਣ ਦਾ। ਹੁਣ ਜਿਹੜੀ ਮੂਕ ਦਰਸ਼ਨ ਬਣ ਕੇ ਖੜੀ ਸੀ ਬਾਹਰ ਸਾਈਡ ਤੇ, ਉਹਨਾਂ ਨੇ ਫਿਰ ਜਿਹੜਾ ਸੀ ਲੋਕਾਂ ਦੀ ਸਹਾਇਤਾ ਦੇ ਨਾਲ ਉਹਨਾਂ ਜਿਹੜੇ ਕਰੋਨਾ ਵਾਇਰਸ ਸੀ ਧੱਕ ਕੇ ਪਿੱਛੇ ਕਰ ਐਸੀ ਮਾਇਆ ਵੀ ਤੁਹਾਡੀ ਮੈਂ 2 ਦਿਨ ਦੇ ਵਿੱਚ ਮੁਲਾਕਾਤ ਕਰ ਦੂੰਗਾ ਮੁੱਖ ਮੰਤਰੀ ਨਾਲ। ਉਹ ਕਹਿੰਦੇ ਮੁਲਾਕਾਤ ਨਹੀਂ, ਸਾਨੂੰ ਆਰਡਰ ਚਾਹੀਦੇ ਆ, ਸਾਡੀ ਬਹਾਲੀ ਕਰੋ, ਸਾਨੂੰ ਪੱਕਿਆ ਕਰੋ, ਔਖੇ ਵੇਲੇ ਸੀ ਕੰਮ ਆਏ ਤੁਹਾਡੇ। ਹੁਣ ਉਹਨੇ ਕਿਹਾ 2 ਵਾਰੀ, ਲੇਕਿਨ ਉਹਨਾਂ ਪੁਲ ਦੇ ਥੱਲੇ ਜਿਹੜੀ ਹੈਗਾ ਸੀ ਰਸਤਾ ਉਹ ਬੰਦ ਕਰਕੇ ਤੇ ਉੱਥੇ ਬਕਾਇਦਾ ਤੌਰ ਤੇ ਮੋਰਚਾ ਲਾਤਾ ਪੱਕਾ। ਉਹਨਾਂ ਦਾ ਕੁਝ ਬਣਦਾ ਕਿ ਨਹੀਂ ਬਣਦਾ ਇਹ ਤੇ ਪਤਾ ਨਹੀਂ, ਲੇਕਿਨ ਮਾਨ ਸਾਹਿਬ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ, ਵਾਅਦੇ ਵੀ ਤੁਸੀਂ ਬਹੁਤੇ ਕਰਨ ਲੱਗਦੇ ਆ ਜਿਹੜੇ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ। ਹੁਣ ਮਾਨ ਸਾਹਿਬ ਨੇ ਅਗਲੀ ਗੱਲ ਕੀ ਕੀਤੀ ਹੈ, ਮਾਨ ਸਾਹਿਬ ਆਪਣੇ ਪਿੰਡ ਗਏ ਨੇ ਸਪੋਜ਼, ਪਿੰਡ ਜਾ ਕੇ ਇੱਕ ਲਾਣੇ ਮੱਜੇ ਤੇ ਬੈਠੇ ਆ, ਇੱਕ ਪਾਸੇ ਮਾਤਾ ਬੈਠੀ ਆ, ਦੂਜੇ ਪਾਸੇ ਕੋਈ ਯਾਰ ਦੋਸਤ ਬੈਠੇ ਆ, ਇਹਨਾਂ ਦੇ ਪਰਨੇ ਬੱਧੇ ਆ, ਉਹ ਬੈਠੇ। ਉਹ ਫੋਟੋ ਵੀ ਵਾਇਰਲ ਹੋਈ ਆ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਪਹਿਲੀ ਵਾਰੀ ਮਾਨ ਸਾਹਿਬ ਦੇ ਚਿਹਰੇ ਤੇ ਖੁਸ਼ੀ ਮਹਿਸੂਸ ਕੀਤੀ ਵੀ ਵਾਕਿਆ ਵੀ ਹੁਣ ਅਸਲੀ ਰੂਪ ਚ ਆਏ ਨੇ, ਮੈਂ ਹੈ ਕੀ ਤੇ ਮੈਂ ਕਿੱਥੇ ਚਲੇ ਗਿਆ। ਆਮ ਤੌਰ ਤੇ ਮਾਨ ਸਾਹਿਬ ਦੇ ਘੇਰੇ ਸੁਰੱਖਿਆ ਏਜੰਸੀਆਂ ਦੀਆਂ 4-4 ਪਰਤਾਂ ਹੁੰਦੀਆਂ, ਉਹਨਾਂ ਦੇ ਲਾਗੇ ਬੰਦਾ ਤਾਂ ਬੜੀ ਦੂਰ ਦੀ ਕੋਈ ਪਰਿੰਦਾ ਵੀ ਕੋਈ ਆ ਸਕਦਾ। ਉਹ ਆਪਣੇ ਪਿੰਡ ਗਏ, ਪਿੰਡ ਵਾਅਦੇ ਕੀਤੇ, ਕਿਹਾ ਜੀ ਤੁਹਾਨੂੰ MSP ਸਟੇਟ ਗਵਰਨਮੈਂਟ ਦੇ ਵਿੱਚ ਮਾਨ ਸਾਹਿਬ ਵਧਾਈ ਦੇ ਪਾਤਰ ਜ਼ਰੂਰ ਦੇਣੀ ਚਾਹੀਦੀ ਹੈ। ਜੇ ਤੁਸੀਂ ਇੰਨੀ ਗੱਲ ਕਹੀ ਹੋ ਖੇਤੀ ਜਿਹੜਾ ਵਾ ਉਹ ਸਟੇਟ ਦਾ ਵਿਸ਼ਾ ਵਾ, ਇਹ ਕਹਿ ਕੇ ਤੁਸੀਂ ਅਸੀਂ ਕੇਂਦਰ ਸਰਕਾਰ ਦੇ ਪਿੱਛੇ ਪੈ ਰਹੇ ਤੇ ਜੇ ਸਟੇਟ ਦਾ ਵਿਸ਼ਾ ਤੇ ਚੰਗੀ ਗੱਲ ਤੁਸੀਂ ਖਰੀਦਦਾਰੀ ਕਰੋ, ਕਿਉਂ ਨਹੀਂ ਕਰਦੇ ਫਿਰ ਫਸਲਾਂ ਦੀ। ਉਹਨਾਂ ਨੇ 4 ਫਸਲਾਂ ਦੀ ਗੱਲ ਕਹੀ, ਉਹਨਾਂ ਕਿਹਾ ਸਰੋਂ, ਮੱਕੀ, ਬਾਜਰਾ, ਸੂਰਜਮੁਖੀ, ਇਹ ਸਟੇਟ ਗਵਰਨਮੈਂਟ ਖਰੀਦੇਗੀ। ਪਰ ਤੁਹਾਨੂੰ ਇੱਕ ਪਤਾ ਹੋਏਗਾ ਚਾਵਲਾ ਸਾਹਿਬ, ਜੋਗਿੰਦਰ ਸਿੰਘ ਤੂਰ ਇੱਕ ਐਡਵੋਕੇਟ, ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਹਾਈ ਕੋਰਟ ਚ ਕੇਸ ਪਾਇਆ ਸੀ ਵੀ ਇਹ ਸਟੇਟ ਗਵਰਨਮੈਂਟ ਕਿਉਂ ਨਹੀਂ ਖਰੀਦਦੀ, ਕੇਂਦਰ ਕਿਉਂ ਨਹੀਂ ਖਰੀਦਦੀ, ਇਹਨਾਂ ਫਸਲਾਂ ਨੂੰ ਖਰੀਦ ਕਰੇ ਇਹਨਾਂ ਦੀ। ਭਾਵੇਂ 23 ਫਸਲਾਂ ਤੇ ਸਾਨੂੰ ਜਿਹੜੀ ਕੇਂਦਰ ਸਰਕਾਰ ਆ ਉਹ MSP ਦਿੰਦੀ, ਲੇਕਿਨ ਖਰੀਦਦੀ ਸਿਰਫ 2 ਆ, ਬਾਕੀ ਦੀ ਖਰੀਦ। ਕੇਰਲਾ ਸਰਕਾਰ ਨੇ 16 ਸਬਜ਼ੀਆਂ ਤੇ MSP ਦਿੱਤੀ ਆ ਕਿ ਜੇ ਨਾ ਕੋਈ ਖਰੀਦੂ ਅਸੀਂ ਖਰੀਦਾਂਗੇ। ਇਸੇ ਕਰੇ ਉਹ ਸਰਕਾਰ ਨੂੰ ਗੇਮ ਚੇਂਜਰ ਕਹਿੰਦੇ ਆ, ਗੇਮ ਚੇਂਜਰ ਸਰਕਾਰ ਇੰਡੀਆ ਦੇ ਵਿੱਚ। ਹੁਣ ਇਹਨੇ ਕੀ ਕੀਤਾ, ਇਹਨੇ ਕਿਹਾ ਜੀ ਸਟੇਟ ਖਰੀਦੇਗੀ। ਹਾਈ ਕੋਰਟ ਦੇ ਵਿੱਚ ਕੇਂਦਰ ਨੇ ਐਫੀਡੇਵਿਟ ਦਾਇਰ ਕੀਤਾ ਜੋਗਿੰਦਰ ਸਿੰਘ ਤੂਰ ਦੀ ਪਟੀਸ਼ਨ ਦੇ ਉੱਤੇ, ਪਰ ਅਸੀਂ ਇਹ ਫਸਲਾਂ ਖਰੀਦਣ ਲਈ ਤਿਆਰ ਆ, ਲੇਕਿਨ ਸਟੇਟ ਆਪਣੇ ਕੋਲ ਕੋਈ ਪ੍ਰਬੰਧ ਕਰਕੇ ਪਹਿਲਾਂ ਇਹ ਖਰੀਦ ਲੈ, ਸਾਡੇ ਕੋਲ ਬਾਅਦ ਅਸੀਂ ਪੇਮੈਂਟ ਕਰਦੇ ਜੀ। ਉਹਦੇ ਵਿੱਚ ਹਰਿਆਣੇ ਨੇ ਕੀ ਕੀਤਾ, ਐਫੀਡੇਵਿਟ ਦਿੱਤਾ ਠੀਕ ਸਾਨੂੰ ਮਨਜ਼ੂਰ ਹੈ, ਖਰੀਦ ਸ਼ੁਰੂ ਕਰਦੀ ਰਹਿਣਾ ਨੇ। ਤੇ ਪੰਜਾਬ ਵਾਲੇ ਹੱਥ ਅੜੇ ਕਰਤੇ ਵੀ ਸਾਡੇ ਕੋਲ ਤੇ ਕੱਖ ਨਹੀਂ ਜਗ੍ਹਾ ਸਕਰੀਟ ਨਹੀਂ ਕਰ ਸਕਦੇ, ਘੱਟੋ ਘੱਟ 5 ਤੋਂ ਲੈ ਕੇ 10,000 ਕਰੋੜ ਜਿਹੜਾ ਤੁਹਾਨੂੰ ਇਮੀਡੀਏਟਲੀ ਚਾਹੀਦਾ ਜੀ। ਹੁਣ ਮਾਨ ਸਾਹਿਬ ਨੇ ਕਹਿਤਾ, ਮਾਨ ਸਾਹਿਬ ਜੇ ਤੁਸੀਂ ਇਹ ਕੰਮ ਕਰ ਜਾਓ, ਇੱਕ ਤੇ ਪਾਣੀ ਬਚ ਜੂ, ਇੱਕ ਕਿਸਾਨ ਬਚ ਜੂ, ਇੱਕ ਲੋਕ ਬਚ ਜਾਣਗੇ, ਜਿਹੜੀਆਂ ਸਾਡੀਆਂ ਪੈਸਟੀਸਾਈਡ ਤੋਂ ਬਚ ਜਾਣਗੇ, ਉਸ ਤੋਂ ਬਚ ਜਾਣਗੇ, ਬਿਲਕੁਲ ਰੇਹਾਂ ਸਪਰੇਆਂ ਤੋਂ ਬਚ ਜਾਣਗੇ। ਇੰਨੀ ਕੁ ਤੁਹਾਡੀ ਬੜੀ ਮਿਹਰਬਾਨੀ। ਹੁਣ ਮਾਨ ਸਾਹਿਬ ਕਰਦੇ ਕਿ ਨਹੀਂ ਕਰਦੇ, ਇਹ ਤਾਂ ਪਿੱਛੇ ਬੁੱਕਲ ਛੱਡਿਆ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਆਪਾਂ ਗੱਲ ਕਰਾਂਗੇ ਲਖੀਮਪੁਰ ਖੇੜੀ ਵਾਲੇ ਚਾਲੇ ਉਹਦੀ, ਪਰੰਤੂ ਇੱਕ ਖਬਰ ਜਿਹੜੀ ਚਰਚਾ ਦੇ ਵਿੱਚ ਹੈ, ਜਦੋਂ ਸਾਡੇ ਪੰਥ ਰਤਨ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਫਕਰੇ ਕੌਮ, ਪਦਮ ਭੂਸ਼ਣ ਸੱਤਾ ਤੋਂ ਬਾਹਰ ਹੁੰਦੇ ਸਨ, ਉਹਨਾਂ ਨੂੰ ਵੀ ਪੰਥ ਬੜਾ ਯਾਦ ਹੁੰਦਾ ਸੀ, ਪੰਥ ਦੇ ਮਸਲੇ ਬੜੇ ਯਾਦ ਹੁੰਦੇ, ਪੰਥ ਦਾ ਬੜਾ ਦਰਦ। ਪਰ ਜਦੋਂ ਹੀ ਕੁਰਸੀ ਮਿਲ ਜਾਂਦੀ ਸੀ ਹੋ ਗਿਆ ਕੰਮ। ਸੁਖਬੀਰ ਸਿੰਘ ਬਾਦਲ ਇੱਕ ਵਾਰੀ ਫਿਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਕੇਜਰੀਵਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਸਥਿਤੀ ਸਪਸ਼ਟ ਕਰੇ। ਹਵਾਰਾ ਕਮੇਟੀ ਨੇ ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਅਜਾਇਬ ਘਰ ਦੇ ਵਿੱਚ ਲਾਉਣ ਦੀ ਗੱਲ ਕੀਤੀ, ਉਹਦੇ ਬਾਰੇ ਗੱਲ ਕਰਾਂਗੇ। ਪਰੰਤੂ ਇੱਕ ਮੈਂ ਨਾ ਆਰਟੀਕਲ ਪੜ੍ਹਿਆ ਸੀ, ਮੈਨੂੰ ਪੜ੍ਹਨ ਦਾ ਜਨੂਨ ਹੈ, ਤੇ ਉਹ ਆਰਟੀਕਲ ਜਿਹੜਾ ਸੀਗਾ ਉਹ ਮੈਂ ਪੜ੍ਹ ਰਿਹਾ ਸੀਗਾ। ਉਹਦੇ ਵਿੱਚ ਇਹ ਸੀਗਾ ਕਿ ਲਿਖਿਆ ਹੈ ਉਹ ਅਮਰਜੀਤ ਸਿੰਘ ਬੱਡ ਗੁਜਰਾਂ ਦਾ। ਪੱਟੀ ਸਾਹਿਬ ਮੇਰੇ ਖਿਆਲ 'ਚ ਲਾਈਨ ਡਿਸਕਨੈਕਟ ਹੋ ਗਈ ਹੈ, ਮੈਂ ਉਹਨਾਂ ਦਾ ਵੇਟ ਕਰ ਲਾਂ ਇੱਕ ਮਿੰਟ। ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਉਹ ਲੇਖ ਹੈ ਅਮਰਜੀਤ ਸਿੰਘ ਬੱਡ ਗੁਜਰਾਂ ਦਾ, ਜਿਹੜਾ ਫਤਿਹਗੜ੍ਹ ਸਾਹਿਬ ਤੋਂ ਆ।
ਉਹਨਾਂ ਨੇ ਬੜਾ ਵੱਡਾ ਐਲੀਗੇਸ਼ਨ ਲਾਇਆ। ਮਤਲਬ ਜੇ ਆਰਟੀਕਲ ਮੈਂ ਵੇਖਾਂ ਤਾਂ ਆਰਟੀਕਲ ਤਕਰੀਬਨ ਕੋਈ 40 ਕੁ ਮਿੰਟ ਦਾ ਹੋਣਾ, 40-45 ਮਿੰਟ ਲੱਗਣਗੇ ਜੇ ਪੜ੍ਹ ਕੇ ਤੁਹਾਨੂੰ ਸੁਣਾਈਏ। ਤੱਥਾਂ ਦੇ ਆਧਾਰ 'ਤੇ ਬੜਾ ਲੰਬਾ ਚੌੜਾ ਉਹਨਾਂ ਨੇ ਇਹ ਆਰਟੀਕਲ ਲਿਖਿਆ ਹੈ। ਉਹ ਐਲੀਗੇਸ਼ਨ ਇਹ ਲਾਉਂਦੇ ਨੇ ਕਿ ਸ਼ੁਰੂਆਤ ਹੀ ਉਹਦਾ ਟਾਈਟਲ ਹੀ ਇਹ ਹੈ, ਮਤਲਬ ਉਹਦਾ ਕਿ ਬਾਦਲ ਚਾਹੁੰਦੇ ਸੀ ਭੁੱਲਰ ਨੂੰ ਫਾਂਸੀ ਲੱਗੇ। ਬਾਦਲ ਚਾਹੁੰਦੇ ਸੀ ਕਿ ਭੁੱਲਰ ਨੂੰ ਫਾਂਸੀ ਲੱਗੇ, ਫਾਂਸੀ ਦਾ ਦੋਸ਼ ਕਾਂਗਰਸ ਦੇ ਸਿਰ ਲੱਗੇ, ਕਾਂਗਰਸ ਪੰਜਾਬ ਦੇ ਸਿਆਸੀ ਪਿੜ ਵਿੱਚੋਂ ਬਾਹਰ ਹੋਵੇ, ਸਾਡੇ ਬਾਦਲ ਪਰਿਵਾਰ ਲਈ ਪੰਜਾਬ ਦਾ ਸਿਆਸੀ ਪਿੜ ਖਾਲੀ ਹੋਵੇ। ਇਹ ਆਰਟੀਕਲ ਬਹੁਤ ਲੰਬਾ ਚੌੜਾ ਹੈ। ਮਤਲਬ ਤਕਰੀਬਨ ਜੇ ਸਾਡੇ ਦਰਸ਼ਕ ਸਰੋਤੇ ਜੇ ਮਹਿਸੂਸ ਕਰਨਗੇ ਕਿ 40 ਤੋਂ 45 ਮਿੰਟ ਲੱਗ ਸਕਦੇ ਨੇ ਉਸ ਨੂੰ ਪੜ੍ਹਨ ਵਾਸਤੇ। ਤੱਥਾਂ ਦੇ ਆਧਾਰ 'ਤੇ ਬੜਾ ਖੋਜ ਭਰਪੂਰ ਉਹ ਆਰਟੀਕਲ, ਤੇ ਮੈਂ ਪੱਤਰਕਾਰ ਨਾਲ ਵੀ ਜਿਸ ਨੇ ਲਿਖਿਆ ਉਹਨੂੰ ਵੀ ਇਨਵੀਟੇਸ਼ਨ ਦੇਵਾਂਗਾ ਜਦੋਂ ਪੜ੍ਹ ਕੇ ਸੁਣਾਵਾਂਗਾ। ਮੈਂ ਇਸ ਗੱਲ ਨੂੰ ਲਿੰਕ ਇਸ ਕਰਕੇ ਕਹਿ ਰਿਹਾ ਕਿ ਇਹ ਫਿਤਰਤ ਹੈ ਰੰਗਲਾ ਪੰਜਾਬ ਦੀ ਕਿ ਅਸੀਂ ਨਾ ਕਿਸੇ ਨੂੰ ਮਾੜਾ ਕਹਿਣਾ, ਨਾ ਮਾੜਾ ਕਹਿਣ ਦੀ ਸਾਡੀ ਕੋਈ ਸੋਚ ਹੀ ਹੁੰਦੀ ਹੈ। ਪਰ ਤੱਥ ਜਿਹੜੇ ਹੁੰਦੇ ਨੇ ਪਿਛਲੇ ਜਿਹੜੇ, ਉਹ ਇਹਨਾਂ ਵੱਲੋਂ ਹੀ ਕੀਤੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਨੇ ਲੀਡਰਾਂ ਵੱਲੋਂ, ਜਜਨ ਮੈਟਰ ਕੋਈ ਵੀ ਹੋਵੇ, ਉਹਨਾਂ 'ਤੇ ਜਿਹੜੇ ਐਲੀਗੇਸ਼ਨ ਲੱਗੇ ਹੁੰਦੇ ਨੇ ਉਹ ਵੀ ਨਾਲ ਉਜਾਗਰ ਕੀਤੇ ਜਾਣ। ਹੁਣ ਸੁਖਬੀਰ ਸਿੰਘ ਬਾਦਲ, ਅਸੀਂ ਉਹਨਾਂ ਦੇ ਕੋਈ ਵਿਰੋਧੀ ਨਹੀਂ, ਉਹ ਕਹਿ ਰਹੇ ਨੇ ਇੱਕ ਵਾਰੀ ਫਿਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ। ਕੇਜਰੀਵਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਸਪਸ਼ਟ ਕਰੇ। ਇਹ ਲੇਖਕ ਜਿਹੜਾ ਹੈ ਉਹ ਕਹਿੰਦਾ ਕਿ ਬਾਦਲ ਚਾਹੁੰਦੇ ਸਨ ਕਿ ਭੁੱਲਰ ਨੂੰ ਫਾਂਸੀ ਲੱਗੇ। ਤੇ ਸ਼ਾਇਦ ਤੁਹਾਨੂੰ ਯਾਦ ਵੀ ਹੋਵੇਗਾ ਕਿ ਪੰਥਕ ਸਰਕਾਰ ਦੇ ਵੇਲੇ ਕੁਝ ਖਾੜਕੂਆਂ ਨੂੰ ਜਦੋਂ ਪੰਜਾਬ ਦੇ ਵਿੱਚ ਲਿਆਉਣ ਬਾਰੇ ਗੱਲ ਕੀਤੀ ਸੀ ਤਾਂ ਇਹਨਾਂ ਨੇ ਸਿਰ ਫੇਰ ਦਿੱਤਾ ਸੀ। ਪੱਟੀ ਸਾਹਿਬ ਮੇਰੇ ਨਾਲ ਹਾਜ਼ਰ ਨੇ, ਸ਼ਾਇਦ ਤੁਹਾਨੂੰ ਯਾਦ ਹੋਊਗਾ। ਪਰੰਤੂ ਆਪਾਂ ਪਹਿਲਾਂ ਇਸ ਵਿਸ਼ੇ ਤੇ ਗੱਲ ਨਾ ਕਰਦੇ ਹੋਏ ਲਖੀਮਪੁਰ ਖੇੜੀ ਵਾਲੇ ਪਾਸੇ ਚੱਲੀਏ। ਆਪਣੇ ਕੋਲ 10 ਮਿੰਟ ਨੇ, 10 ਮਿੰਟਾਂ 'ਚ ਆਪਾਂ ਕਵਰ ਕਰਾਂਗੇ। ਹਾਂਜੀ, ਲਖੀਮਪੁਰ ਖੇੜੀ ਬਾਰੇ ਜਿਹੜੀ ਆਸ਼ੀਸ਼ ਮਿਸ਼ਰੇ ਦੀ ਜ਼ਮਾਨਤ ਸੁਪਰੀਮ ਕੋਰਟ ਨੇ ਰੱਦ ਕੀਤੀ ਹੈ ਤੇ ਉਦੋਂ ਬਾਅਦ ਕਿਸਾਨਾਂ ਨੇ ਕੁਝ ਰਾਹਤ ਮਹਿਸੂਸ ਕੀਤੀ। ਲੇਕਿਨ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਆਗੂ ਨੇ, ਭਵਾਨੀ ਕੁਹਾੜ ਜਿਹੜੇ ਹਰਿਆਣੇ ਤੋਂ ਆਗੂ ਨੇ, ਉਹਨਾਂ ਨੇ ਕਿਹਾ ਵੀ ਜਿਹੜੇ ਗਵਾਹ ਵਾ ਉਹਨਾਂ ਨੂੰ ਮਕਰਾਉਣ ਤੇ ਉਹਨੂੰ ਬਾਉਣ ਤੇ ਉਹਨਾਂ ਨੂੰ ਡਰਾਉਣ ਲਈ ਜਿਹੜੀ ਅੱਜ ਵੀ ਮਿਸ਼ਰਾ ਪਰਿਵਾਰ ਤੇ ਉਹਨਾਂ ਦੇ ਸਾਥੀ ਲੱਗੇ। ਉਹਨਾਂ ਕੋਲ ਇਨਫੋਰਮੇਸ਼ਨ ਆਈ ਹੈ ਤੇ ਉਹ ਕਹਿੰਦੇ ਜੀ ਅਸੀਂ ਅੱਜ ਉੱਥੇ ਚਾਲੇ ਪਾ ਦੇਣੇ। ਅੱਛਾ ਜੀ, ਅੱਜ ਅਸੀਂ ਜਾਵਾਂਗੇ, ਪਹਿਲਾਂ ਉਹਨਾਂ ਪਰਿਵਾਰਾਂ ਨੂੰ ਮਿਲਾਂਗੇ, ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਜੇ ਕਿਸਾਨ ਜੇਲ੍ਹ 'ਚ ਉਹਨਾਂ ਨੂੰ ਮਿਲਾਂਗੇ, ਉਦੋਂ ਬਾਅਦ ਉਹਨਾਂ ਦੀ ਰਾਏ ਲੈ ਕੇ ਉੱਥੇ ਲੋੜ ਪਈ ਤਾਂ ਪੱਕੇ ਤੌਰ ਤੇ ਮੋਰਚਾ ਲਾਵਾਂਗੇ। ਕਿਉਂਕਿ ਅਜੇ ਤੱਕ ਅਜੇ ਮਿਸ਼ਰਾ ਦੇ ਖਿਲਾਫ ਭਾਜਪਾ ਨੇ ਕੋਈ ਕਾਰਵਾਈ ਨਹੀਂ ਕੀਤੀ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸਾਡੀ ਮੰਗ ਆ ਕਿ ਉਹਨੂੰ ਇਮੀਡੀਏਟਲੀ ਕੈਬਨਿਟ ਚੋਂ ਬਰਖਾਸਤ ਕੀਤਾ ਜਾਵੇ। ਉਹਦੇ ਬਰਖਾਸਤ ਕਰਨਾ ਥੋੜੀ ਜਿਹੀ ਸਾਨੂੰ ਰਾਹਤ ਵੀ ਮਿਲ ਜੂਗੀ ਤੇ ਇਹਦਾ ਜਿਹੜਾ ਦਬਾਅ ਘਟ ਜੂਗਾ। ਦਬਾਅ ਘਟਣੇ ਨਾਲ ਜਿਹੜੇ ਗਵਾਹ ਵਾ ਉਹਨਾਂ ਤੇ ਦਬਾਅ ਨਹੀਂ ਪਾ ਸਕਦੇ। ਇਸ ਕਰਕੇ ਜੇ ਲੋੜ ਪਈ ਤੇ ਅਸੀਂ ਉੱਥੇ ਪੱਕਾ ਮੋਰਚਾ ਵੀ ਲਾ ਜਾਵਾਂਗੇ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਹ ਆਪਣੇ ਹਰ ਪ੍ਰਕਾਰ ਦਾ ਹੀਲਾ ਵਰਤਣ। ਸੁਪਰੀਮ ਕੋਰਟ ਜਸਟਿਸ ਰਮੰਨਾ ਜਿਹੜੇ ਨਾ ਬੇਸਿਕਲੀ ਇਹ ਚੰਦਰ ਬਾਬੂ ਨਾਇਡੂ ਦੇ ਚੇਲੇ, ਉਹਨਾਂ ਦਾ ਕਾਫੀ ਨੇੜਤਾ ਇਹਨਾਂ ਦੀ। ਉਹ ਅੱਜ ਫੈਸਲੇ ਬੜੇ ਸੁਚੱਜੇ ਲੈ ਰਹੇ, ਹਰ ਗੱਲ ਦੇ ਉੱਤੇ ਉਹ ਟਿੱਪਣੀ ਕਰਦੇ, ਬੜੀ ਸਟੀਕ ਟਿੱਪਣੀ ਕਰਦੇ, ਸਟੀਕ ਟਿੱਪਣੀ ਕਰਕੇ ਤੇ ਫਿਰ ਆਪਣਾ ਫੈਸਲਾ ਸੁਣਾਉਂਦੇ। ਇਸ ਕਰਕੇ ਉਹਨਾਂ ਦੀ ਜਿਹੜੀ ਉਹਨਾਂ ਦੇ ਕਹਿਣ ਦੇ ਉੱਤੇ ਜਾਂ ਉਹਨਾਂ ਦੀ ਨਿਗਰਾਨੀ ਜਿਹੜੀ ਸੁਣਵਾਈ ਹੋਈ ਆ ਤਾਂ ਦੀ ਆਸ਼ੀਸ਼ ਮਿਸ਼ਰੇ ਦੀ ਜ਼ਮਾਨਤ ਰੱਦ ਕੀਤੀ ਗਈ। ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ ਬੈਂਚ ਨੇ, ਇਲਾਹਾਬਾਦ ਹਾਈ ਕੋਰਟ ਦੇ ਬੈਂਚ ਨੇ ਪਹਿਲਾਂ ਇਹ ਜ਼ਮਾਨਤ ਦਿੱਤੀ ਆ, ਉਹ ਬੈਂਚ ਦੁਬਾਰਾ ਕੇਸ ਨਹੀਂ ਸੁਣੇਗਾ। ਜਿਹੜਾ ਬੈਂਚ ਬਣਿਆ ਸੀ ਉਹਦੇ ਵਿੱਚ ਇੱਕ ਜੱਜ ਆ ਗਿਆ ਸੀ, ਉਹਨੇ ਕਿਹਾ ਜੀ ਸੁਪਰੀਮ ਕੋਰਟ ਦਾ ਹੁਕਮ, ਮੈਂ ਆਪਣੇ ਆਪ ਨੂੰ ਅਲੱਗ ਕਰਦਾ ਵਾਂ। ਲੇਕਿਨ ਡੱਲੇਵਾਲ ਸਾਹਿਬ ਨੇ ਜੇ ਚਿੰਤਾ ਜਤਾਈ ਇਸ ਗੱਲ ਦੀ ਕਿ ਗਵਾਹ ਨੂੰ ਮੁਕਰਾਇਆ ਜਾ ਰਿਹਾ ਵਾ, ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਤੇ ਫਿਰ ਕੁਛ ਨਾ ਕੁਛ ਤੇ ਹੋਣਾ ਜ਼ਰੂਰ ਆ। ਤੇ ਕਿਸਾਨਾਂ ਨੇ ਉੱਥੇ ਪੱਕਾ ਮੋਰਚਾ ਜੇ ਲਾ ਦਿੱਤਾ ਤੇ ਫਿਰ ਮੁਸ਼ਕਲ ਸਰਕਾਰ ਲਈ ਵੀ ਹੋਊਗੀ, ਕਿਸਾਨਾਂ ਲਈ ਵੀ ਹੋਊਗੀ ਤੇ ਉਸ ਪਰਿਵਾਰ ਲਈ ਵੀ। ਬਟ ਸਾਹਿਬ ਜਿਹੜਾ ਅਗਲਾ ਕੁਐਸਚਨ ਆ ਉਹਦੇ ਬਾਰੇ ਮੈਂ ਇੱਕ ਭੂਮਿਕਾ ਬੰਨੀ ਸੀਗੀ। ਮੈਂ ਆਰਟੀਕਲ ਲਾਈਨ ਅਪ ਕਰਦਾ ਰਹਿਣਾ, ਕੋਸ਼ਿਸ਼ ਹੁੰਦੀ ਆ ਕਿ ਇਨਫੋਰਮੇਸ਼ਨ ਇਕੱਠੀ ਕੀਤੀ ਜਾਵੇ ਤੇ ਆਪਣੇ ਕੋਲ ਉਹ ਰੈਕਡ ਰੱਖਿਆ ਜਾਵੇ। ਆਪਣੀ ਸਾਡੀ ਗੱਲ ਨਹੀਂ ਹੁੰਦੀ। ਲੇਖਕ ਹੈ ਅਮਰਜੀਤ ਸਿੰਘ ਬੱਡ ਗੁਜਰਾਂ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਉਹਨਾਂ ਨੇ ਆਪਣਾ ਫੋਨ ਨੰਬਰ ਵੀ ਛੱਡਿਆ ਹੋਇਆ। ਆਪਣਾ ਆਰਟੀਕਲ ਜਿਹੜਾ ਉਹਨਾਂ ਦਾ ਬੜਾ ਮਤਲਬ ਕਾਫੀ ਲੰਬਾ ਚੌੜਾ ਹੈ। ਜੇ ਮੈਂ ਵੇਖਾਂ ਤਾਂ ਉਹਨੇ ਤੱਥਾਂ ਦੇ ਆਧਾਰ 'ਤੇ ਬਹੁਤ ਕੁਝ ਲਿਖਿਆ। ਉਹ ਕਹਿੰਦਾ ਕਿ ਬਾਦਲ ਚਾਹੁੰਦੇ ਸੀ ਭੁੱਲਰ ਨੂੰ ਫਾਂਸੀ ਲੱਗੇ, ਫਾਂਸੀ ਦਾ ਦੋਸ਼ ਕਾਂਗਰਸ ਦੇ ਸਿਰ ਲੱਗੇ, ਕਾਂਗਰਸ ਪੰਜਾਬ ਦੇ ਸਿਆਸੀ ਪਿੜ ਵਿੱਚੋਂ ਬਾਹਰ ਹੋਵੇ ਤੇ ਸਾਡੇ ਬਾਦਲ ਪਰਿਵਾਰ ਲਈ ਪੰਜਾਬ ਦਾ ਸਿਆਸੀ ਪਿੜ ਖਾਲੀ ਹੋਵੇ। ਭਾਵ ਅਸੀਂ
ਜੰਮ ਕੇ ਰਾਜ ਕਰੀਏ। ਪਰ ਇੱਥੇ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਫਿਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ, ਖਾਸ ਤੌਰ ਤੇ ਇਸੇ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਸਥਿਤੀ ਕੇਜਰੀਵਾਲ ਸਪਸ਼ਟ ਕਰੇ। ਕੀ ਕਹਿਣਾ ਚਾਹੋਗੇ? ਵੇਖੋ, ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕੱਲ ਹੁੰਦੀ ਆ, ਪਰਸੋਂ ਹੁੰਦੀ ਆ, ਚੌਥ ਹੁੰਦੀ ਆ, ਉਹਦੀ ਜਲਦੀ ਰਿਹਾਈ ਹੋਣ ਵਾਲੀ, ਇਹ 'ਚ ਕੋਈ ਦੋ ਰਵਾ ਨਹੀਂ ਹੈ। ਉਹਦਾ ਸਿਹਰਾ ਸੁਖਬੀਰ ਸਿੰਘ ਬਾਦਲ ਚਾਹੁੰਦੇ ਕਿ ਸਾਨੂੰ ਮਿਲੇ, ਚੰਗੀ ਗੱਲ ਆ ਜੀ, ਕਰੋ, ਕੋਈ ਗੱਲ ਨਹੀਂ। ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਗੱਲ ਜ਼ਰੂਰ ਸਪਸ਼ਟ ਕਰ ਦਿਓ, 7 ਸਾਲ ਤੁਸੀਂ ਬਕਾਇਦਾ ਤੌਰ ਤੇ ਵਾਜਪਾਈ ਸਰਕਾਰ ਤੇ ਭਾਈਵਾਲ ਰਹੇ ਹੋ ਤੇ 6 ਸਾਲ ਤੁਸੀਂ ਬਕਾਇਦਾ ਤੌਰ ਤੇ ਮੋਦੀ ਸਾਹਿਬ ਦੀ ਸਰਕਾਰ ਚ ਭਾਈਵਾਲ ਰਹੇ। ਬਿਲਕੁਲ। 13 ਸਾਲ ਤੁਹਾਡੀ ਤੂਤੀ ਬੋਲਦੀ ਰਹੀ, ਉਦੋਂ ਕਿੱਥੇ ਗੁਆਚੇ ਰਹੇ ਤੁਸੀਂ? ਬਿਲਕੁਲ ਬਿਲਕੁਲ ਬਿਲਕੁਲ। ਉਦੋਂ ਤਾਂ ਕਦੀ ਗੱਲ ਨਹੀਂ ਕੀਤੀ। ਪੰਜਾਬ ਦੀ ਤੁਹਾਡੀ ਸਰਕਾਰ ਤੇ ਸੈਂਟਰ 'ਚ ਤੁਹਾਡਾ ਸ਼ੇਰ, ਜੋ ਮਰਜ਼ੀ ਕਰਵਾ ਸਕਦੇ ਸੀ। ਅੱਜ ਸਿਰਫ ਇਹਨਾਂ ਨੂੰ ਛੱਡ ਕੇ ਮੋਦੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਸਿੱਧੇ ਰੂਪ ਤੇ ਪੰਥਕ ਜਥੇਬੰਦੀ ਨਾਲ ਰਾਬਤਾ ਕਾਇਮ ਕਰ ਰਹੇ ਤੇ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ। ਅੱਜ ਵੀ ਜੇ ਮੈਂ ਕਹਾਂ ਅਕਾਲੀ ਦਲ ਬਿਲਕੁਲ ਨਹੀਂ ਹਰਿਆ ਨਾ, ਅਕਾਲੀ ਦਲ ਬਿਲਕੁਲ ਜਿੰਦਾ। ਜੇ ਹਰਿਆ ਤੇ ਬਾਦਲ ਪਰਿਵਾਰ ਹੈ। ਜਦੋਂ ਅਕਾਲੀ ਦਲ ਬਾਦਲ ਪਰਿਵਾਰ ਦਾ ਬਣਾਤਾ ਤੁਸੀਂ ਤੇ ਫਿਰ ਆਪੇ ਉਹੀ ਹਰਿਆ ਨਾ। ਅਕਾਲੀ ਦਲ ਅੱਜ ਵੀ ਸਰਜੀਤ ਹੋ ਸਕਦਾ, ਅਕਾਲੀ ਦਲ ਅੱਜ ਵੀ ਬਿਲਕੁਲ ਸਭ ਕਰ ਸਕਦਾ ਜੇ ਸੁਖਬੀਰ ਸਿੰਘ ਬਾਦਲ ਆਪਣੇ ਪਾਸੇ ਨੌ ਚੁੱਕੂ, ਆਪਣਾ ਹਿਸਾਬ ਕਿਤਾਬ ਜਿਹਦੀ ਮਰਜ਼ੀ ਬਣਾ ਲਓ, ਇਕਜੁੱਟ ਹੋ ਕੇ ਅਕਾਲੀ ਦਲ ਫਿਰ ਵੀ ਜਿਹੜੀ ਸਰਵਾਈਵ ਕਰ ਸਕਦਾ। ਲੋਕਾਂ ਦਾ ਅਜੇ ਵੀ ਅਕਾਲੀ ਦਲ 'ਚ ਵਿਸ਼ਵਾਸ ਹੈ, ਪਰਿਵਾਰ 'ਚ ਵਿਸ਼ਵਾਸ ਨਹੀਂ ਰਿਹਾ। ਸੁਖਬੀਰ ਸਿੰਘ ਬਾਦਲ ਕਹਿੰਦੇ ਇੱਕ ਮੰਚ ਤੇ ਸਾਰੇ ਇਕੱਠੇ ਹੋ ਜਾਓ, ਠੀਕ ਗੱਲ ਹੈ ਜੀ, ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ। ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਕਹਿਣ ਤੇ ਮੰਚ ਤੇ ਇਕੱਠੇ ਨਹੀਂ ਹੋਣਾ, ਤੁਸੀਂ ਜਥੇਦਾਰ ਵਾਲਾ ਫਾਰਮੂਲਾ ਕਰ ਵਰਤ ਕੇ ਵੇਖਣਾ, ਲੇਕਿਨ ਫਿਰ ਵੀ ਲੋਕ ਇਕੱਠੇ ਨਹੀਂ ਹੋਏ। ਇਕੱਠੇ ਹੋਣ ਦਾ ਤਰੀਕਾ ਇੱਕੋ ਹੀ ਹੈ, ਕੁਰਬਾਨੀ ਕਰ ਦਿਓ, ਪਾਸੇ ਹੋ ਜਾਓ, ਲਓ ਜੀ ਜੋ ਮੇਰੀ ਅਕਾਲੀ ਦਲ ਡਿਊਟੀ ਲਾਊਗਾ ਐਜ ਏ ਸੇਵਾਦਾਰ ਮੈਂ ਕਰ ਲਈ ਤਿਆਰ, ਫਿਰ ਤੇ ਗੱਲ ਜਾਊ ਬਣ। ਜੇ ਏਦਾਂ ਕਹੋਗੇ ਨਾ ਤੁਹਾਡੀ ਕਿਸੇ ਸੁਣਨੀ ਜੇ, ਨਾ ਤੁਹਾਡੇ ਨਾਲ ਤੁਰਨਾ ਜੇ, ਨਾ ਗੱਲ ਹੋਣੀ, ਤੁਸੀਂ ਆਪਣੇ ਲੈਵਲ ਤੇ ਪੰਥਕ ਏਜੰਡਾ ਲੈ ਕੇ ਚੱਲਦੇ ਹੋਣ। ਪੰਥਕ ਏਜੰਡਾ ਤੁਸੀਂ 1995 ਤਿਆਗਤਾ ਸੀਗਾ, ਲੇਕਿਨ ਜੇ ਫਿਰ ਲੈ ਕੇ ਚੱਲੇ ਤਾਂ ਤੁਸੀਂ ਵਧਾਈ ਦੇ ਪਾਤਰ ਲੈ ਕੇ ਚੱਲੋ। ਪੰਥਕ ਏਜੰਡਾ ਲੈ ਕੇ ਚੱਲੇ ਹੋ, ਜਿਹੜਾ ਪੰਥ ਜਿਹਦੀ ਨੀਂਹ ਰੱਖੀ ਗਈ ਸੇਵਕ ਜਥੇ ਤੋਂ, ਜਿਹਦੇ ਪ੍ਰਧਾਨ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ, ਉਹਦੀਆਂ ਰੌ ਰੀਤਾਂ ਦੇ ਮੁਤਾਬਕ ਤੁਸੀਂ ਜਿਹੜਾ ਹੈ ਉਹਨੇ ਧੱਜੀਆਂ ਉਡਾ ਕੇ ਜਿਵੇਂ ਭਰਤੀ ਕੀਤੀ ਹੈ, ਜਿਵੇਂ ਜਿਸ ਤਰੀਕੇ ਦੇ ਨਾਲ ਤੁਸੀਂ ਉਹਦਾ ਮਤਲਬ ਕਹਿ ਲਓ ਕਿ ਭੋਗ ਪਾਉਣ ਦੀ ਕੋਸ਼ਿਸ਼ ਕੀਤੀ, ਅੱਜ ਤੁਹਾਨੂੰ ਸੱਤਾ ਤੋਂ ਬਾਹਰ ਹੋ ਕੇ ਫਿਰ ਜਿਹੜਾ ਪੰਥ ਯਾਦ ਆ ਗਿਆ ਹੈ, ਪੰਥ ਦਾ ਦਰਦ ਤੁਹਾਡੇ ਵਿੱਚ ਜਿਹੜਾ ਹੈ ਉਹ ਦਿਖਾਈ ਦੇਣ ਲੱਗ ਪਿਆ। ਸ਼ਾਇਦ ਹੁਣ ਕੀ ਕਹੀਏ, ਅੰਦਰ ਵੜ ਕੇ ਤੇ ਕਿਸੇ ਨੇ ਵੇਖਿਆ ਨਹੀਂ ਵੀ ਕੁਰਸੀ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੁਰਸੀ ਮੇਜ਼ ਦਾ ਕਹਿੰਦੇ ਸੰਬੰਧ ਗੂੜਾ ਤੇ ਪੂਜੀ ਮੇਜ਼ ਨਾਲੋਂ ਜ਼ਿਆਦਾ ਜਾਏ ਕੁਰਸੀ, ਕੁਰਸੀਓਂ ਲੱਥੇ ਕਿਸੇ ਵਜ਼ੀਰ ਤਾਈਂ, ਪੁੱਛੋ ਕੀ ਹਾਲ ਆ ਭਾਊ, ਕਹਿੰਦਾ ਹਾਏ 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 ਕੁਰਸੀ, ਹਾਏ ਕੁਰਸੀ। ਇਹ ਪੰਥ ਦਰਦ ਕੁਰਸੀ ਹੈ, ਹੋਰ ਕੋਈ ਪੰਥ ਦਰਦ ਨਹੀਂ। ਚਲੋ ਆਪਾਂ ਅੱਗੇ ਵਧਦੇ ਹਾਂ। ਜਿਹੜੀ ਗੱਲ ਤੁਸੀਂ ਕਰ ਰਹੇ ਸੀ ਜੀ, ਉਹ ਆਰਟੀਕਲ ਮੈਂ ਉਹਨੂੰ ਥੋੜਾ ਜਿਹਾ ਡਿਫਰੈਂਸ ਕਰਦਾ, ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਕਿਹਾ ਉਹਨਾਂ ਕਿ ਉਹਨੂੰ ਲਾਉਣ ਲਈ ਬਾਦਲ ਰਾਜੀ ਸੀ, ਬਾਦਲ ਤੇ ਹਮੇਸ਼ਾ ਰਾਜੀ ਰਿਹਾ, ਬਾਦਲ ਦੀ ਕੋਈ ਗੱਲ ਨਹੀਂ। ਲੇਕਿਨ ਜਿਹੜਾ ਸਾਡਾ ਭਾਈ ਬਲਵੰਤ ਸਿੰਘ ਰਾਜੋਵਾਲਾ, ਉਹਨੂੰ ਬਚਾਉਣ ਦੇ ਵਿੱਚ ਬਾਦਲ ਸਾਡਾ ਆਪਣਾ ਪੂਰਾ ਹੱਥ, ਫਾਂਸੀ ਤੋਂ ਬਚਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਕਿਉਂ ਸਰਕਾਰ ਭੁੱਲਰ ਦੀ ਫਾਂਸੀ ਵੇਲੇ ਵੀ ਜਿਹੜੇ ਸੀ ਉਹ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਕਿਹਦੀ ਸੀ? ਬਾਦਲ। ਕਿਉਂਕਿ ਉੱਥੇ ਕਿਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੇ ਵਿੱਚ ਮਾਮਲੇ ਦੇ ਵਿੱਚ ਸਿੱਧਾ ਕਾਂਗਰਸ ਦਾ ਰਵਨੀਤ ਬਿੱਟੂ ਹੁਣਾਂ ਦਾ ਵਿਖਾਉਣਾ ਜਿਹੜਾ ਚਾਲ ਚੱਲਣ ਵਾ, ਜਿਹੜਾ ਵੀ ਮਸਲਾ ਆ ਉੱਥੇ ਆ ਕੇ ਖੜਾ ਹੁੰਦਾ। ਨਹੀਂ, ਦਵਿੰਦਰਪਾਲ ਭੁੱਲਰ ਦੇ ਨਹੀਂ, ਰਵਨੀਤ ਬਿੱਟੂ ਰਹਿੰਦਾ ਰਾਜੋਵਾਲ ਦੇ ਮਾਮਲੇ ਦੇ ਵਿੱਚ ਵੀ ਆ, ਪਰ ਬਿਆਨ ਤੇ ਇਹਦੇ ਉੱਤੇ ਪੁੱਠੇ ਸਿੱਧੇ ਦਿੰਦੇ ਰਹੇ ਨਾ ਉਹ। ਨਹੀਂ, ਇਹਦੇ ਤੇ ਬਿਆਨ ਜ਼ਿਆਦਾ ਹੁੰਦੇ ਸੀ ਬਿੱਟੇ ਦੇ। ਹਾਂਜੀ, ਬਿੱਟਾ ਕਹਿੰਦੇ ਫਾਂਸੀ ਲੱਗੀ, ਬਿੱਟਾ ਸੌਰੀ ਬਿੱਟਾ ਹਾਂਜੀ, ਬਿੱਟੇ ਦੇ ਨਾਲ ਸੀ ਇਹਦਾ ਜਿਹੜਾ ਵਾਕਿਆ। ਇਸ ਕਰਕੇ ਜਿਹੜੀ ਇਹ ਵੀ ਗੱਲ ਕਹਿ ਦੇਣਾ ਵੀ ਅਸੀਂ ਸ਼ੱਕ ਤਾਂ ਵੀ ਕਰ ਸਕਦੇ, ਹੋ ਸਕਦਾ ਕਿ ਉਹਨਾਂ ਦੀ ਨੀਤੀ ਉਹਨਾਂ ਦੀ ਹੋਵੇ, ਲੇਕਿਨ ਬਲਵੰਤ ਸਿੰਘ ਜਿਹੜਾ ਰਾਜੋਵਾਲਾ ਉਹਨੂੰ ਬਣਾਉਣ ਦੇ ਵਿੱਚ ਪੂਰਾ ਇਹਨਾਂ ਦਾ ਹੱਥ ਸੀਗਾ। ਇਹਨਾਂ ਦਾ ਸਿਪਾ ਸਲਾਰ ਕੁਲਦੀਪ ਨਈਅਰ, ਉਹਨੇ ਇੱਕ ਆਰਟੀਕਲ ਲਿਖਿਆ ਸੀ, ਉਹਨੇ ਆਪਾਂ ਪਹਿਲਾਂ ਵੀ ਗੱਲ ਕੀਤੀ, ਆਰਟੀਕਲ 'ਚ ਲਿਖਿਆ ਸੀ ਉਹਨੇ ਵੀ ਰਾਜੋਵਾਲੇ ਨੂੰ ਫਾਂਸੀ ਲਾ ਕੇ ਸਿੱਖਾਂ ਦੇ ਸ਼ਹੀਦਾਂ ਦੀ ਕਤਾਰ ਨੂੰ ਹੋਰ ਲੰਮੇਰਾ ਦਾ ਕੀਤਾ। ਉਹ ਕਈ ਅਖਬਾਰਾਂ ਛਪਿਆ ਸੀ, ਉਹਦਾ ਅਸਲੀ ਸਰਕਾਰ ਤੇ ਹੈਗਾ ਸੀ, ਉਹ ਛਪਾਇਆ ਗਿਆ ਸੀ। ਇਸ ਕਰਕੇ
ਇਹ ਵੀ ਆਪਾਂ ਕਹਿਣਾ ਵੀ ਚਲੋ ਮੈਂ ਮੰਨ ਲੈਂਦਾ ਕੋਈ ਗੱਲ ਨਹੀਂ ਠੀਕ ਅਗਲੇ ਵਿਚਾਰ ਆਪਣੇ ਹੈਗੇ ਲੇਕਿਨ ਮੈਂ ਥੋੜਾ ਡਿਫਰ ਕਰਦਾ ਕਿਉਂਕਿ ਨਹੀਂ ਉਹ ਐਕਚੁਅਲੀ ਉਹ ਆਰਟੀਕਲ ਜੇ ਮੈਂ ਤੁਹਾਨੂੰ ਸੈਂਡ ਕਰਦਾ ਨਾ ਉਹ ਇੱਕ ਛੋਟਾ ਜਿਹਾ ਇੱਕ ਲਾਈਨ ਦੇ ਵਿੱਚ ਖਤਮ ਹੋਣ ਵਾਲਾ ਨਹੀਂ ਆ। ਉਹਦੇ ਪਹਿਰੇ ਜੇ ਵੇਖਿਆ ਜਾਣ ਤਾਂ ਮੇਰੇ ਖਿਆਲ 'ਚ ਜੇ ਮੈਂ ਪੜ੍ਹਨ ਲੱਗਾ ਤੇ ਉਹ ਮੈਨੂੰ 45 ਮਿੰਟ ਲੱਗਣਗੇ। ਆਰਟੀਕਲ ਲਿਖਾਂਗੇ ਤੇ ਜ਼ਰੂਰ ਕਿਤਾਬ 'ਚ ਲਿਖਾਂਗੇ 1978 ਤੋਂ ਲੈ ਜੀ 1978 ਦਾ ਕਾਂਡ ਜਿਹੜੇ ਵਾ ਬੰਦੇ ਜਿਹੜੇ ਮਰੇ ਸੀ ਨਾ ਉਹ ਪੁਲਿਸ ਦੀ ਗੋਲੀ ਨਾਲ ਮਰੇ ਸੀ। ਥੱਪ ਲਾਏ ਗਏ ਸੀ, ਮੋਹਰ ਲਾਈ ਗਈ ਸੀ ਨਿਰੰਕਾਰੀਆਂ ਤੇ ਕਿਉਂਕਿ ਜੇ ਕਿਤੇ ਉਦੋਂ ਕਹਿ ਦਿੰਦੇ ਪੁਲਿਸ ਦੀ ਗੋਲੀ ਤੇ ਮਰਿਆ ਤੇ ਉਹ ਬਕਾਇਦਾ ਉੱਤੇ ਸਰਕਾਰ ਟੁੱਟ ਜਾਣੀ ਸੀ। ਇਸ ਕਰਕੇ ਨਹੀਂ ਕਿਹਾ, ਉਹ ਮੰਨ ਗਏ ਕੋਈ ਗੱਲ ਨਹੀਂ ਤੇ ਉਹਨਾਂ ਨੂੰ ਕਹਿਤਾ ਤੁਹਾਨੂੰ ਬਰੀ ਵੀ ਕਰਾਵਾਂਗੇ, ਕਰਾਏ ਬਰੀ ਸਭ ਕੁਝ ਕੀਤਾ ਮੁੜ ਕੇ। ਇਹ ਮੈਂ ਨਹੀਂ ਕਹਿੰਦਾ, ਜਿੰਦਾ ਜਗਦਾ ਮੌਜੂਦ ਹੈ ਇਸ ਵੇਲੇ ਪ੍ਰੋਫੈਸਰ ਸੂਬਾ ਸਿੰਘ ਖਾਲਸਾ ਕਾਲਜ ਜਿਹੜੇ ਮੌਕੇ ਤੇ ਮੌਜੂਦ ਸਨ। ਉਹਦੀ ਜਦੋਂ ਮੈਂ ਗੱਲ ਕੀਤੀ ਸੀ ਆਪਣੇ ਟੀਵੀ ਉੱਤੇ ਤੇ ਮੈਨੂੰ ਮੁੜ ਕੇ ਐਸਪੀ ਸਿੰਘ ਦਾ ਫੋਨ ਆਇਆ ਸੀ ਜਿਹੜੇ ਵਾਈਸ ਚਾਂਸਲਰ ਹੈ ਗੁਰੂ ਨਾਨਕ ਯੂਨੀਵਰਸਿਟੀ ਦੇ। ਉਹਨਾਂ ਨੇ ਗੱਲ ਵੀ ਤੁਹਾਡੀ ਗੱਲ ਠੀਕ ਆ, ਪਹਿਲੀ ਗੋਲੀ ਬਕਾਇਦਾ ਤੌਰ ਤੇ ਉਹਦੀ ਜੋਸ਼ੀ ਜਿਹੜਾ ਸੀ ਉਹ ਮਤਲਬ ਜੋਸ਼ੀ ਡੀਐਸਪੀ ਨੇ ਜਿਹੜੀ ਬੜੀ ਨੇੜੇ ਹੋ ਕੇ ਮਾਰੀ ਸੀ ਫੌਜਾ ਸਿੰਘ ਨੇ ਮੱਥੇ 'ਚ ਗੋਲੀ ਮਾਰੀ। ਉਹ ਕਹਿੰਦਾ ਮੈਂ ਵੀ ਗਵਾਹ ਦਾ ਹੈਗਾ। ਇਸ ਕਰਕੇ ਇਹਦੇ 'ਚ ਬੜਾ ਕੁਛ ਹੈਗਾ। ਚਲੋ ਕਰਾਂਗੇ ਕਿਹੜੀ ਕੋਈ ਗੱਲ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਔਰ ਕੋਈ ਸਵਾਲ ਰਹਿ ਗਏ ਨੇ ਕੱਲ ਦੇ ਪ੍ਰੋਗਰਾਮ 'ਚ ਕਰਾਂਗੇ। ਧੰਨਵਾਦ, ਰੱਬ ਰਾਖਾ। ਸ਼ੁਕਰੀਆ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।